ਪੱਛਮੀ ਬੰਗਾਲ ਸਮੇਤ ਦੇਸ਼ ਭਰ ਦੇ 5 ਰਾਜਾਂ 4 ਰਾਜਾਂ ਅਤੇ ਇੱਕ ਯੂਨੀਅਨ ਟੈਰੀਟਰੀ ਦੇ ਨਤੀਜੇ ਆਏ ਨੇ। ਨਤੀਜਿਆਂ ਦੇ ਵਿੱਚ ਭਾਜਪਾ ਜੋ ਸੋਚ ਰਹੀ ਸੀ, ਭਾਜਪਾ ਜੋ ਕਰਨਾ ਚਾਹੁੰਦੀ ਸੀ, ਭਾਜਪਾ ਜਿਸ ਦਾ ਦਾਅਵਾ ਕਰਦੀ ਸੀ, ਉਸ ਦੇ ਨੇੜੇ ਵੀ ਨਹੀਂ ਰਹੀ। ਕੰਗਣਾ ਰਣੌਤ ਜਦੋਂ ਹਾਲੇ ਟ੍ਰੈਂਡਸ ਆ ਰਹੇ ਸੀ, ਸ਼ੁਰੂਆਤੀ ਰੁਝਾਨ ਆ ਰਹੇ ਸੀ, ਜਦੋਂ ਬੀਜੇਪੀ ਪਛੜਨੀ ਸ਼ੁਰੂ ਹੋਈ ਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 200 ਦੇ ਨੇੜੇ ਪਹੁੰਚਣੀ ਸ਼ੁਰੂ ਹੋਈ, ਤਾਂ ਬਹੁਤ ਹੀ ਘਟੀਆ ਅਵਲ ਦਰਜੇ ਦਾ ਇੱਕ ਟਵੀਟ ਜਿਹੜਾ ਕੰਗਣਾ ਰਣੌਤ ਦੇ ਵੱਲੋਂ ਕੀਤਾ ਜਾਂਦਾ ਹੈ। ਕੰਗਣਾ ਰਣੌਤ ਇੱਥੋਂ ਤੱਕ ਮਾੜੀ ਸ਼ਬਦਾਵਲੀ ਵਰਤਦੀ ਹੈ, ਉਹ ਕਹਿੰਦੀ ਹੈ ਕਿ ਸਭ ਤੋਂ ਵੱਧ ਜਿਹੜੇ ਗਰੀਬ ਅਤੇ ਜਿਹੜੇ ਪਿਛੜੇ ਹੋਏ ਲੋਕ ਨੇ ਉਹ ਵੈਸਟ ਬੰਗਾਲ ਦੇ ਨੇ। ਕੰਗਣਾ ਰਣੌਤ ਦੇ ਟਵੀਟ ਦੇ ਆਖਰ ਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਹੋਰ ਕਸ਼ਮੀਰ ਬਣਾਉਣ ਦੀ ਗੱਲ ਹੈ ਬੰਗਾਲ ਨੂੰ। ਪਹਿਲਾ ਸਵਾਲ ਤਾਂ ਇਹ ਹੈ ਕਿ ਕਸ਼ਮੀਰ ਦਾ ਕੀ ਮਤਲਬ ਹੈ? ਕਸ਼ਮੀਰ ਤੁਹਾਡੀ ਹਲਕ ਚੋਂ ਕਿਉਂ ਨਹੀਂ ਲੰਘਦਾ? ਕੀ ਕਸ਼ਮੀਰ 'ਚ ਬਹੁਤ ਗਿਣਤੀ ਮੁਸਲਮਾਨ ਭਾਈਚਾਰਾ ਵਸਦਾ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ? ਪ੍ਰਸ਼ਾਂਤ ਕਿਸ਼ੋਰ ਨੇ ਸਭ ਤੋਂ ਪਹਿਲਾਂ ਇੱਕ ਨਿੱਜੀ ਚੈਨਲ NDTV ਦੇ ਉੱਤੇ ਆ ਕੇ ਐਲਾਨ ਕੀਤਾ ਕਿ ਹੁਣ ਉਹ ਨਹੀਂ ਚਾਹੁੰਦੇ ਕਿ ਉਹ ਕਿਸੇ ਵੀ ਪਾਰਟੀ ਦੇ ਨਾਲ ਪੋਲ ਸਟ੍ਰੈਟੇਜਿਸਟ ਦੇ ਤੌਰ ਤੇ, ਪੋਲੀਟੀਕਲ ਸਟ੍ਰੈਟੇਜਿਸਟ ਦੇ ਤੌਰ ਤੇ ਕੰਮ ਕਰਨ। ਰਾਹਤ इंदौरी साहब ਦਾ ਸ਼ੇਰ ਹੈ ਕਿ अड़े थे जिद पे कि सूरज बना के छोड़ेंगे, पसीने छूट गए एक दिया बनाने में, मेरी निगाह में वो शख्स आदमी ही नहीं जिसे लगा है ज़माना खुदा बनाने में। सत श्री अकाल, ऑन एयर देख रहे हो, मैं हाँ सिमरनजोत सिंह मक्कड़। अज ਪੱਛਮੀ ਬੰਗਾਲ ਸਮੇਤ ਦੇਸ਼ ਭਰ ਦੇ 5 ਰਾਜਾਂ 4 ਰਾਜਾਂ ਅਤੇ ਇੱਕ ਯੂਨੀਅਨ ਟੈਰੀਟਰੀ ਦੇ ਨਤੀਜੇ ਆਏ ਨੇ। ਨਤੀਜਿਆਂ ਦੇ ਵਿੱਚ ਭਾਜਪਾ ਜੋ ਸੋਚ ਰਹੀ ਸੀ, ਭਾਜਪਾ ਜੋ ਕਰਨਾ ਚਾਹੁੰਦੀ ਸੀ, ਭਾਜਪਾ ਜਿਸ ਦਾ ਦਾਅਵਾ ਕਰਦੀ ਸੀ, ਉਸ ਦੇ ਨੇੜੇ ਵੀ ਨਹੀਂ ਰਹੀ। ਕੰਗਣਾ ਰਣੌਤ ਜਦੋਂ ਹਾਲੇ ਟ੍ਰੈਂਡਸ ਆ ਰਹੇ ਸੀ, ਸ਼ੁਰੂਆਤੀ ਰੁਝਾਨ ਆ ਰਹੇ ਸੀ, ਜਦੋਂ ਬੀਜੇਪੀ ਪਛੜਨੀ ਸ਼ੁਰੂ ਹੋਈ ਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 200 ਦੇ ਨੇੜੇ ਪਹੁੰਚਣੀ ਸ਼ੁਰੂ ਹੋਈ, ਤਾਂ ਬਹੁਤ ਹੀ ਘਟੀਆ ਅਵਲ ਦਰਜੇ ਦਾ ਇੱਕ ਟਵੀਟ ਜਿਹੜਾ ਕੰਗਣਾ ਰਣੌਤ ਦੇ ਵੱਲੋਂ ਕੀਤਾ ਜਾਂਦਾ ਹੈ। ਕੰਗਣਾ ਰਣੌਤ ਕਹਿੰਦੀ ਹੈ ਕਿ ਰੋਹਿੰਗੀਆ ਤੇ ਬੰਗਲਾਦੇਸ਼ੀਆਂ ਦੇ ਸਿਰ ਤੇ ਮਮਤਾ ਬੈਨਰਜੀ ਚੋਣ ਜਿੱਤਦੀ ਹੈ। ਇਹ ਉਸ ਸੂਬੇ ਦੀ ਗੱਲ ਕਰ ਰਹੀ ਹੈ ਜਿੱਥੇ 70% ਹਿੰਦੂ ਆਬਾਦੀ ਵਸਦੀ ਹੈ, 35 ਤੋਂ 37% ਵੋਟ ਬੀਜੇਪੀ ਲੈਂਦੀ ਹੈ। ਜਿਸ ਸੂਬੇ ਦੇ ਵਿੱਚ ਅੱਧ ਤੋਂ ਜ਼ਿਆਦਾ ਹਿੰਦੂ ਵੋਟਰ ਬੀਜੇਪੀ ਨੂੰ ਨਕਾਰ ਦਿੰਦਾ ਹੈ, ਉਹ TMC ਦੇ ਹੱਕ ਦੇ ਵਿੱਚ ਭੁਗਤਦਾ ਹੈ, ਉਹ ਉਸ ਪਾਰਟੀ ਦੇ ਹੱਕ 'ਚ ਭੁਗਤਦਾ ਹੈ ਜਿਸ ਨੂੰ ਮੁਸਲਮਾਨਾਂ ਦੀ ਪਾਰਟੀ ਕਹਿ ਕੇ ਬੀਜੇਪੀ ਹੁਣ ਤੱਕ ਬਲੇਮ ਕਰਦੀ ਆਈ ਹੈ। ਟਵੀਟ ਇੰਨਾ ਘਟੀਆ ਸੀ ਕਿ ਟਵੀਟ ਦੇ ਵਿੱਚੋਂ ਦੇਸ਼ ਨੂੰ ਵੰਡਣ ਦੀ, ਦੇਸ਼ ਬਾਰੇ ਹਿੰਦੂ, ਸਿੱਖ, ਮੁਸਲਮਾਨ ਜਿਸ ਤਰ੍ਹਾਂ ਦੀ ਇੱਕ ਵਿਚਾਰਧਾਰਾ ਤੇ ਕੁਝ ਲੋਕ ਚੱਲਦੇ ਨੇ, ਜੋ ਅਕਸਰ ਦੂਜਿਆਂ ਨੂੰ ਪਾਕਿਸਤਾਨ ਜਾਣ ਦਾ ਸੁਨੇਹਾ ਦਿੰਦੇ ਨੇ, ਜੋ ਦੂਜਿਆਂ ਨੂੰ ਕਹਿੰਦੇ ਨੇ ਕਿ ਉਹ ਦੇਸ਼ ਨੂੰ ਵੰਡਦੇ ਹੈ, ਔਰ ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲੇਬਲ ਲਾਉਂਦੇ ਹੈ। ਉਹਨਾਂ ਦੇ ਵਿੱਚੋਂ ਇੱਕ ਕੰਗਣਾ ਰਣੌਤ ਇੱਥੋਂ ਤੱਕ ਮਾੜੀ ਸ਼ਬਦਾਵਲੀ ਵਰਤਦੀ ਹੈ, ਉਹ ਕਹਿੰਦੀ ਹੈ ਕਿ ਸਭ ਤੋਂ ਵੱਧ ਜਿਹੜੇ ਗਰੀਬ ਅਤੇ ਜਿਹੜੇ ਪਿਛੜੇ ਹੋਏ ਲੋਕ ਨੇ ਉਹ ਵੈਸਟ ਬੰਗਾਲ ਦੇ ਨੇ। ਜੇਕਰ ਬੀਜੇਪੀ ਜਿੱਤ ਜਾਂਦੀ ਤਾਂ ਕੀ ਫਿਰ ਵੀ ਕੰਗਣਾ ਰਣੌਤ ਇਹੀ ਗੱਲ ਕਹਿੰਦੀ ਕਿ ਉਦੋਂ ਨੈਸ਼ਨਲਿਸਟ ਨਹੀਂ ਲੱਗਦੇ ਲੋਕ? ਕਹਿੰਦੇ ਆ ਕਿ ਦੇਸ਼ ਦੇ ਵਿੱਚ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਤੇ ਬੰਗਾਲੀਆਂ ਨੇ ਦਿੱਤੀਆਂ ਨੇ। ਦੇਸ਼ ਦੀ ਵੰਡ ਵੀ ਪੰਜਾਬ ਦੇ ਉੱਤੇ, ਹਿੱਕ ਦੇ ਉੱਤੇ ਆਰਾ ਚੀਰਿਆ ਗਿਆ, 2 ਪੰਜਾਬ ਵੰਡੇ ਗਏ, ਜਾਂ ਪਾਕਿਸਤਾਨ ਰਹਿ ਗਿਆ ਉੱਧਰ, ਤੇ ਜਾਂ ਫਿਰ ਬੰਗਾਲ ਵੰਡ ਦਿੱਤਾ ਗਿਆ ਸੀ। ਇਹ ਸੰਤਾਪ ਵੀ ਪੰਜਾਬ ਤੇ ਬੰਗਾਲ ਦੇ ਹਿੱਸੇ ਆਇਆ ਸੀ, ਬੰਗਾਲੀਆਂ ਦੇ ਹਿੱਸੇ ਆਇਆ। ਕ੍ਰਾਂਤੀ ਵੀ ਉੱਠੀ ਹੈ ਤਾਂ ਪੰਜਾਬ ਤੇ ਬੰਗਾਲ ਤੋਂ ਉੱਠਦੀ ਆਈ ਹੈ। ਉਹਨਾਂ ਬੰਗਾਲੀਆਂ ਨੂੰ ਮੰਦਾ ਤੇ ਮਾੜਾ ਬੋਲਣਾ ਇਹ ਸਾਬਤ ਕਰਦਾ ਹੈ ਕਿ ਅਸਲ ਨੈਸ਼ਨਲਿਸਟ ਕੌਣ ਹੈ, ਦੇਸ਼ ਦੇ ਵਿੱਚ ਅਸਲ ਰਾਸ਼ਟਰਵਾਦੀ ਕੌਣ ਹੈ। ਕੰਗਣਾ ਰਣੌਤ ਦੇ ਟਵੀਟ ਦੇ ਆਖਰ ਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਹੋਰ ਕਸ਼ਮੀਰ ਬਣਾਉਣ ਦੀ ਗੱਲ ਹੈ ਬੰਗਾਲ ਨੂੰ। ਪਹਿਲਾ ਸਵਾਲ ਤਾਂ ਇਹ ਹੈ ਕਿ ਕਸ਼ਮੀਰ ਦਾ ਕੀ ਮਤਲਬ ਹੈ? ਕਸ਼ਮੀਰ ਤੁਹਾਡੀ ਹਲਕ ਚੋਂ ਕਿਉਂ ਨਹੀਂ ਲੰਘਦਾ? ਕੀ ਕਸ਼ਮੀਰ 'ਚ ਬਹੁਤ ਗਿਣਤੀ ਮੁਸਲਮਾਨ ਭਾਈਚਾਰਾ ਵਸਦਾ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ? ਇਹ ਤੁਹਾਡੀ ਮਾੜੀ ਸੋਚ ਤੇ ਘਟੀਆ ਰਾਜਨੀਤੀ ਤੇ ਇਹ ਆਈਡੀਓਲੋਜੀ ਸਾਬਤ ਕਰਦੀ ਹੈ ਜੋ ਲਿਖਿਆ ਗਿਆ। ਇਸ ਨੂੰ ਕੰਡੈਮ ਕਿਸੇ ਵੀ ਵੱਡੇ ਲੀਡਰ ਨੇ ਨਹੀਂ ਕੀਤਾ। ਇਹ ਵੀ ਇੱਕ ਅਫਸੋਸ ਹੈ ਕਿ ਉਹ ਬਜਿੱਦ ਨੇ ਜਿਸ ਤਰੀਕੇ ਦੀ ਵਿਚਾਰਧਾਰਾ ਦੇ ਨਾਲ ਚੱਲ ਕੇ ਦੇਸ਼ ਨੂੰ ਉਹ ਅੱਗੇ ਲਿਜਾਣਾ ਚਾਹੁੰਦੇ ਨੇ। ਫਾਸੀਵਾਦ ਦੇ ਦੋਸ਼ ਬੀਜੇਪੀ ਤੇ ਹਮੇਸ਼ਾ ਲੱਗਦੇ ਆਏ ਹੈ।
दूजी गल यह है कि जेकर बंगाल भी कश्मीर होवे तो कितनी खूबसूरत गल है। कश्मीर तो दुनिया का सब तो खूबसूरत थां है। कश्मीर तो खूबसूरत तो है ही कुछ नहीं। कश्मीर तो साडे मुल्क का स्वर्ग है, साडे सिर का वो ताज है, साडे मुल्क का वो ताज है जिस ते असीं माण महसूस करते हैं। तो कंगना रनौत जी, जेकर बंगाल कश्मीर वर्गा हो जाऊगा तो खूबसूरती दे विच वाधा होण लग्या है, इस कोई नुकसान नहीं है। इस ट्वीट दे उत्ते थल्ले जो लोगों ने लिखिया है उस बारे असी दसना मुनासब नहीं समझते, क्योंकि जिस तरह की शब्दावली कंगना रनौत लोगों वास्ते, बंगाल के लोगों वास्ते जां भारतीयों वास्ते वरत रही है, उन्हां बारे जो कोई मंदा बोलता है तो सानू थोड़ी बहुत शर्म लिहाज है, असी वो तुहानू नहीं दिखावांगे। प्रशांत किशोर ने सब तो पहला एक निजी चैनल NDTV के उत्ते आके ऐलान किया कि हुण वो नहीं चाहते कि वो किसी भी पार्टी के नाल पोल स्ट्रैटेजिस्ट के तौर पर, पोलिटिकल स्ट्रैटेजिस्ट के तौर पर काम करन। उन्होंने एक स्पेस चाहिए है। उन्होंने परिवार नूं मिलिया कई समा हो जाता है, अपनी पत्नी नूं मिलिया कई महीने लंघ जाते हैं, इस करके हुण वो इस तो संन्यास लैंदे ने और ये काम इत्थे ही छड्डदे ने। पंजाब दे विच इस दी चर्चा छिड़ गई। पंजाब दे लोकां ने सवाल किया, सोशल मीडिया भर गया कि आखिर हुण कैप्टन अमरिंदर सिंह दा की बनूगा। कैप्टन अमरिंदर सिंह जो प्रशांत किशोर पिछली बार कैप्टन अमरिंदर सिंह की सरकार बनी तो मन्निया गया कि उन्हां दी पोल स्ट्रैटेजी दे करके, उन्हां दी पोलिटिकल स्ट्रैटेजी करके कैप्टन अमरिंदर सिंह मुड़ तो सरकार बनाउण दे विच कामयाब हुए सी। कैप्टन ने प्रशांत किशोर नूं अपनी सरकार च अहुदा भी दिता, हालांकि बाद च कहा कि वो कोई तनख्वाह नहीं लैणगे। ट्विटर बहुत ज़्यादा अज चर्चा दे विच रहा। अज सारा दिन ट्रेंडिंग ट्विटर के उत्ते जो हैशटैग्स ने उन्हां चों सब तो इंटरस्टिंग प्रधानमंत्री मोदी नूं लैके होया। एक हैशटैग ट्रेंड दे विच कीता कि नरेंद्र मोदी ग्लोबल पप्पू। ये हैशटैग सारा दिन चर्चा दे विच रहा। अक्सर राहुल गांधी दे उत्ते विरोधी पार्टियां पप्पू शब्द वरत के उन्हां दा सत्कार दे विच घाटा करदियां रहियां। अज प्रधानमंत्री बारे शब्द वरते गए है, ट्वीट लगातार इस बारे हुंदे रहे। अमित शाह ते मोदी बारे भी हैशटैग अर्ली मॉर्निंग जदों बीजेपी ट्रेंड्स दे विच बराबर ते चल रही सी, तकरीबन 90-92 सीटां दोनों पार्टियां दे कोल सीगियां, उस वेले मोदी अमित शाह भी ट्रेंड कीता। पर हौली हौली दिन ढलदा गया तो ट्रेंड्स चेंज हुंदे गए। शुरुआत जदों ममता बैनर्जी 8000 वोटां तो पिछड़ रही सी तो उदों भी एक ट्रेंड चलिया, हैशटैग ममता बैनर्जी, जिस दे विच ममता बैनर्जी दे बहुत सारे मजाक उड़ाए गए। पर दिन बदलदियां, दिन ढलदियां सब कुछ बदल गया तो वो हैशटैग भी चेंज हो गए। नतीजिਆਂ तो बाद कई थां ते अणसुखावीਆਂ घटनावां भी होईयां। बंगाल दे विच बीजेपी दे एक दफ्तर नूं अग लगा दित्ती गई। गुस्से दे वजों लोकां दे वल्लों इह कीता गया। किन्हां दे वल्लों कीता गया ये साफ नहीं है, पर इस तरह होना मंदभागा है। चोणां दे विच जित जां हार कबूल लैनी चाहिदी है। खुशी इन्नी ना मनाओ कि किसी का नुकसान होवे और गम भी इन्ना ना करो कि किसी का नुकसान हो जाए। খান কি ছেলে বিজেপি ওদের পার্টি ধরে দিয়েছি আমরা। ਐਗਜ਼ਿਟ ਪੋਲਾਂ ਦੇ ਵਿੱਚ ਕਿਸ ਤਰ੍ਹਾਂ ਨੈਸ਼ਨਲ ਚੈਨਲਸ ਆਪਣੀ ਕਿਰਕਰੀ ਕਰਾਉਂਦੇ ਹੈ, ਕਿਸ ਤਰ੍ਹਾਂ ਨੈਸ਼ਨਲ ਕਈ ਚੈਨਲਸ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਕੁਝ ਚੈਨਲਸ ਕਿਸ ਤਰੀਕੇ ਦੇ ਨਾਲ ਐਗਜ਼ਿਟ ਪੋਲਸ ਦਿੰਦੇ ਹੈ ਕਿ ਸ਼ਾਇਦ ਉਹਨਾਂ ਐਗਜ਼ਿਟ ਪੋਲਾਂ ਦਾ ਕੋਈ ਅਸਰ EVM 'ਚ ਬੰਦ ਪਈਆਂ ਵੋਟਾਂ 'ਤੇ ਪੈਣਾ ਹੋਵੇ। ਇਸੇ ਤਰ੍ਹਾਂ ਦੇਸ਼ ਦੇ ਇਕਨਾਮੀ ਚੈਨਲ ਇੰਡੀਆ TV ਦੇ ਐਗਜ਼ਿਟ ਪੋਲ ਦੇ ਵਿੱਚ ਬਹੁਤ ਕਿਰਕਰੀ ਹੋਈ। ਇੰਡੀਆ TV ਨੇ ਐਗਜ਼ਿਟ ਪੋਲ ਦੇ ਵਿੱਚ BJP ਨੂੰ ਲਗਭਗ ਪੌਣੇ 200 ਸੀਟਾਂ ਦਿੱਤੀਆਂ ਅਤੇ TMC ਨੂੰ 80 ਦੇ ਨੇੜੇ ਸੀਟਾਂ ਦਿੱਤੀਆਂ, ਜਦ ਕਿ ਹੋਇਆ ਬਿਲਕੁਲ ਉਲਟ। ਜੋ ਕਿਹਾ ਗਿਆ ਉਸ ਦੇ ਓਪੋਜ਼ਿਟ TMC 200 और BJP पौने माफ़ करना तकरीबन 75-80 सीटां के आस पास, क्योंकि जदों असीं ये रिकॉर्ड कर रहे हैं उदों तक फाइनल रिजल्ट्स हाले नहीं आए, इन्नियां सीटां दे उत्ते रह जाती है। प्रशांत किशोर की गल मुड़ तो कर लैंदे आ। इंडिया टुडे के उत्ते प्रशांत किशोर ने इलैक्शन कमिशन बारे एक वड्डा बयान दिता। प्रशांत किशोर ने कहा कि मैं अपनी जीवन दे विच इस तो बायस्ड इलैक्शन कमिशन कदे नहीं देखा। प्रशांत किशोर ने कहा कि इलैक्शन कमिशन भाजपा वास्ते काम करता है। ये उस तो बाद होया
ਜਦੋਂ ਉਹ ਇਹ ਅਨਾਉਂਸ ਕਰਦੇ ਨੇ ਕਿ ਹੁਣ ਉਹ ਪੋਲ ਸਟ੍ਰੈਟੇਜਿਸਟ ਦੇ ਤੌਰ ਤੇ ਕੰਮ ਨਹੀਂ ਕਰਨਗੇ। ਜਾਂਦੇ ਜਾਂਦੇ ਗੱਲ ਹੁਣ ਲੈਫਟ ਦੀ ਵੀ ਕਰਾਂਗੇ। ਲੈਫਟ ਦਾ ਇੱਕ ਐਸਾ ਦੌਰ ਰਿਹਾ ਬੰਗਾਲ ਦੇ ਵਿੱਚ ਜੋ ਸ਼ਾਇਦ ਕਿਸੇ ਪਾਰਟੀ ਦਾ ਕਿਸੇ ਸੂਬੇ 'ਚ ਨਾ ਰਿਹਾ ਹੋਵੇ। ਕਿਸੇ ਵੇਲੇ 251 ਸੀਟਾਂ ਜਿੱਤੀਆਂ, ਜਿੰਨੇ ਵਾਰੀ ਵੀ ਸਰਕਾਰ ਬਣਾਈ ਹਰ ਵਾਰ 200 ਤੋਂ ਵੱਧ ਸੀਟਾਂ ਜਿੱਤੀਆਂ। ਇੱਕ ਵਾਰ ਜਿਸ ਤਰ੍ਹਾਂ ਦੱਸਿਆ ਮੈਂ ਕਿ 2001 ਦੇ ਵਿੱਚ 196 ਸੀਟਾਂ, ਉਹ ਵੀ ਬਹੁਤ ਹੁੰਦੀਆਂ, ਉਹ ਜਿੱਤੀਆਂ। ਔਰ 2 ਅੰਕੜਾ ਵੀ ਅੱਜ ਇੱਕ ਸੁਪਨਾ ਬਣ ਕੇ ਵੈਸਟ ਬੰਗਾਲ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ ਲੈਫਟ ਵਾਸਤੇ ਰਹਿ ਗਿਆ ਹੋਵੇ। ਖਾਤਾ ਨਾ ਖੋਲ੍ਹਣਾ, 1 ਸੀਟ ਲੈਣੀ, ਇਹ ਹਾਲਾਤ ਲੈਫਟ ਦੇ ਬਣ ਕੇ ਰਹਿ ਗਏ। ਕੁਝ ਇੱਕ ਪੰਜਾਬ ਦੇ ਕਿਸਾਨ ਆਗੂ ਵੀ ਲੈਫਟ ਨੂੰ ਹਮਾਇਤ ਕਰਨ ਵਾਲੇ ਜਿਹੜੇ ਨੇ ਉਹ ਵੀ ਗਏ ਬੰਗਾਲ ਦੇ ਵਿੱਚ, ਪਰ ਉਹ ਵੀ ਆਪਣਾ ਕੋਈ ਜਾਦੂ ਲੈਫਟ ਵਾਸਤੇ ਨਹੀਂ ਕਰ ਸਕੇ। ਉਹ ਮਮਤਾ ਦੇ ਹੱਕ ਦੇ ਵਿੱਚ ਭੁਗਤਦੇ ਨਜ਼ਰ ਆਏ। ਮਕਸਦ ਸੀ ਮੋਦੀ ਹਰਾਉਣਾ ਤੇ ਮੋਦੀ ਨੂੰ ਉਹ ਹਰਾ ਗਏ ਨੇ। ਪਰ ਲੈਫਟ ਦਾ ਇਹ ਹਾਲਾਤ ਲੈਫਟ ਵਾਸਤੇ ਚਿੰਤਾਜਨਕ ਨੇ। ਕੁਐਸਚਨ ਮਾਰਕ ਹੈ। ਰਾਈਟ ਵਿੰਗਰਸ ਦੇਸ਼ ਦੇ ਵਿੱਚ ਭਾਰੂ ਹੋਏ ਨੇ ਔਰ ਸਿਰਫ ਕੇਰਲਾ ਦੇ ਵਿੱਚ ਲੈਫਟ ਆਪਣਾ ਪਰਚਮ ਲਹਿਰਾਉਣ 'ਚ ਕਾਮਯਾਬ ਹੋਈ ਹੈ। ਬਾਕੀ ਸਾਰੇ ਮੁਲਕ ਦੇ ਵਿੱਚ ਸਿਮਟਦੀ ਹੁਣ ਕੇਰਲਾ ਤੱਕ ਲੈਫਟ ਸੀਮਤ ਰਹਿ ਗਈ ਹੈ। ਜਾਂਦੇ ਹੋਏ ਅੱਜ ਇੰਨਾ ਹੀ। ਰਾਹਤ ਇੰਦੌਰੀ ਸਾਹਿਬ ਦਾ ਸ਼ੇਅਰ ਤੁਸੀਂ ਫਿਰ ਤੋਂ ਸੁਣਿਓ, ਵਾਪਸ ਜਾਓ, ਵੀਡੀਓ ਨੂੰ ਦੁਬਾਰਾ ਲਾਓ ਤੇ ਅੱਜ ਰਾਹਤ ਇੰਦੌਰੀ ਸਾਹਿਬ ਦਾ ਉਹ ਸ਼ੇਅਰ ਯਾਦ ਕਰੋ। ਇੱਕ ਸ਼ੇਅਰ ਹੋਰ ਯਾਦ ਆ ਰਿਹਾ ਹੈ ਕਿ ਜਦੋਂ ਕਹਿੰਦੇ ਸੀ ਕਿ किसी के बाप का हिंदुस्तान थोड़ी है, अज वो राहत इंदौरी साहब भी थोनों चेते आउणगे। धन्यवाद।